So students, today we are going to begin with new chapter number 8, human health and diseases, right? So first of all, let us discuss with the definition of health. Health may be defined as state of complete physical, mental, social well-being and not only the absence of disease, right? So students, ਅਸੀਂ health ਕਿਹਨੂੰ ਕਹਿੰਦੇ ਆ? Health ਕੀ ਹੈ? ਜਦੋਂ ਅਸੀਂ completely पूरे तरीके नाल फिजिकली मैंटली सोशली वैल हाँ सोशली गुड हाँ ठीक हाँ सिर्फ ये नहीं कि सानू कोई बीमारी नहीं हैगी तो असी हेल्दी हाँ राइट असी जनरली की कहने कि एस कोई असी अगर सपोज अज वी डोंट हैव एनी डिजीज़ राइट सानू कोई बीमारी नहीं असी कहने असी वी आर हेल्दी नहीं सिर्फ बीमारी का ना होना हेल्थ नहीं कहलाता असी ਇਹਦੇ ਵਿੱਚ ਫਿਜ਼ੀਕਲੀ ਮੈਂਟਲੀ ਤੇ ਸੋਸ਼ਲੀ ਸਾਰੇ ਤਰੀਕੇ ਦੇ ਨਾਲ ਅਸੀਂ ਪ੍ਰੋਪਰਲੀ ਠੀਕ ਹੋਣੇ ਚਾਹੀਦੇ ਹਾਂ ਵੈਲ ਹੋਣੇ ਚਾਹੀਦੇ ਹਾਂ ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੈਲਦੀ ਹਾਂ ਰਾਈਟ ਅਸੀਂ ਫਿਜ਼ੀਕਲੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂਟਲੀ ਸਾਨੂੰ ਕੋਈ ਪ੍ਰੈਸ਼ਰ ਨਹੀਂ ਹੈ ਕੋਈ ਟੈਨਸ਼ਨ ਨਹੀਂ ਹੈ ਐਂਡ ਸੋਸ਼ਲੀ ਅਸੀਂ ਸਭ ਨਾਲ ਸੋਸ਼ਲੀ ਗੁੱਡ ਬਿਹੇਵ ਕਰਦੇ ਹਾਂ ਅਸੀਂ ਸੋਸ਼ਲੀ ਸਾਡੇ ਅੱਛੇ ਫਰੈਂਡਸ ਨੇ ਅਸੀਂ ਆਪਣੇ ਨੇਬਰਸ ਨਾਲ ਅੱਛੀ ਤਰ੍ਹਾਂ ਡੀਲ ਕਰਦੇ ਹਾਂ ਸੋ ਜਦੋਂ ਅਸੀਂ ਹਰ ਪਹਿਲੂ ਤੋਂ ਵੈਲ ਹੁੰਦੇ ਹਰ ਪਹਿਲੂ ਤੋਂ ਠੀਕ ਹੁੰਦੇ ਹਰ ਪਹਿਲੂ ਤੋਂ ਅਸੀਂ ਫਿੱਟ ਹੁੰਦੇ ਹਾਂ ਦੈਨ ਓਨਲੀ ਅਸੀਂ ਕਹਿ ਸਕਦੇ ਅਸੀਂ ਹੈਲਦੀ ਹਾਂ right so next is the definition of disease right any condition which interfere with the normal functioning of the body see ਸਾਡੀ ਬੋਡੀ ਨੋਰਮਲੀ ਵਰਕ ਕਰ ਰਹੀ ਹੈ ਸਾਡੇ ਅੰਦਰ ਕਿੰਨੇ ਸਾਰੇ ਸਿਸਟਮਸ ਕੰਮ ਕਰ ਰਹੇ ਨੇ ਬਟ ਜਦੋਂ ਕੋਈ ਨੋਰਮਲ ਫੰਕਸ਼ਨ ਦੇ ਨਾਲ ਕੋਈ ਕੰਡੀਸ਼ਨ ਇਹੋ ਜਿਹੀ ਆ ਜਾਵੇ ਕਿ ਉਹ ਨੋਰਮਲ ਫੰਕਸ਼ਨਿੰਗ ਆਫ ਦਾ ਬੋਡੀ ਇੰਟਰਫੇਅਰ ਕਰੇ ਜਾਂ ਅਸੀਂ ਕਹਿ ਸਕਦੇ ਹਾਂ ਨੋਰਮਲ ਫੰਕਸ਼ਨਿੰਗ ਆਫ ਦਾ ਬੋਡੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਜਾਏ ਤਾਂ ਉਸ ਚੀਜ਼ ਨੂੰ ਅਸੀਂ ਕੀ ਬੋਲਦੇ ਕੋਈ ਡਿਜ਼ੀਜ਼ ਆ ਗਈ ਕੋਈ ਬਿਮਾਰੀ ਆ ਗਈ ਠੀਕ ਹੈ ਜੀ ਸੋ ਨੈਕਸਟ ਅਸੀਂ ਡਿਸਕਸ ਕਰਾਂਗੇ ਕਿ ਹਿਊਮਨ ਡਿਜ਼ੀਜ਼ਸ ਜਿਹੜੀਆਂ ਉਹ ਬੇਸਿਕਲੀ ਕਿੰਨੇ ਟਾਈਪਸ ਦੀਆਂ ਨੇ ਰਾਈਟ ਸੋ ਬੇਸਿਕਲੀ डिजीज़ दो टाइप्स दियाँ होंदियां ने कंजैनिटल और जेनेटिक डिसऑर्डर्स और एक्वायर्ड ਅਸੀਂ ਸਿੰਪਲੀ ਦੇਖਦੇ ਹਾਂ ਇਹਦਾ ਕੀ ਮਤਲਬ ਹੈ ਮਤਲਬ ਇਹ ਹੈ ਜਿਹੜੀਆਂ ਡਿਜ਼ੀਜ਼ਸ ਅਸੀਂ ਜੈਨੇਟਿਕਲੀ ਜਦੋਂ ਅਸੀਂ ਜਨਮ ਲਿਆ ਨਾਲ ਹੀ ਸਾਡੇ ਵਿੱਚ ਹੈਗੀਆਂ ਨੇ ਉਹ ਪੇਰੈਂਟਸ ਤੋਂ ਟਰਾਂਸਫਰ ਕੀਤੀਆਂ ਨੇ ਇਨਟੂ ਦਾ ਆਫਸਪ੍ਰਿੰਗਸ ਰਾਈਟ ਉਹਨਾਂ ਨੂੰ ਅਸੀਂ ਜੈਨੇਟਿਕ ਡਿਸਆਰਡਰਸ ਕਹਿੰਦੇ ਹਾਂ ਠੀਕ ਹੈ ਜੀ ਸੈਕਿੰਡ ਆ ਜਾਂਦਾ ਸਟੂਡੈਂਟ ਸਾਡੇ ਕੋਲ ਐਕਵਾਇਰਡ ਮੀਨਸ ਜਿਹੜੀ ਅਸੀਂ ਜਨਮ ਲੈਣ ਤੋਂ ਬਾਅਦ ਸਾਡੇ ਵਿੱਚ ਆਉਂਦੀ ਹੈ ਕੋਈ ਇਹੋ ਜਿਹੀ ਡਿਜ਼ੀਜ਼ ਦੈਟ ਇਜ਼ ਕਾਲਡ ਐਸ ਐਕਵਾਇਰਡ ਰਾਈਟ ਕੰਜੈਨਿਟਲ ਦੇ ਆਰ ਜੈਨੇਟਿਕ ਦੇ ਆਰ ਜੈਨੇਟਿਕ ਡਿਸਆਰਡਰਸ ਮੀਨਸ ਬਾਏ ਬਰਥ ਹੀ ਸਾਡੇ ਵਿੱਚੋਂ ਡਿਜ਼ੀਜ਼ ਹੈ ठीक है क्रोमोसोमल है जीन्स नाल है सो कंजैनिटल है एक्वायर्ड की है जिहड़ी जन्म लैण तो बाद है सो in this chapter we will focus on acquired diseases right so acquired diseases are further of two types communicable and non-communicable so communicable diseases are also called as infectious diseases non-communicable are also called as non-infectious diseases what are communicable diseases right we'll discuss it a little later but here I just want to give an overview what actually are communicable diseases ਉਹ ਡਿਜ਼ੀਜ਼ਸ ਸਟੂਡੈਂਟਸ ਜਿਹੜੀਆਂ ਇੱਕ ਇਨਫੈਕਟਡ ਪਰਸਨ ਤੋਂ ਨੋਰਮਲ ਪਰਸਨ ਨੂੰ ਫੈਲਦੀਆਂ ਨੇ ਅਸੀਂ ਉਹਨਾਂ ਨੂੰ ਕੀ ਬੋਲਦੇ ਹਾਂ ਕਮਿਊਨੀਕੇਬਲ ਡਿਜ਼ੀਜ਼ਸ ਰਾਈਟ ਉਹ ਅੱਗੇ ਫਰਦਰ ਟੂ ਟਾਈਪਸ ਦੀਆਂ ਨੇ ਕੰਟੈਜੀਅਸ ਤੇ ਨਾਨ ਕੰਟੈਜੀਅਸ ਮੀਨਸ ਫੈਲਣ ਦਾ ਵੀ ਤਰੀਕਾ ਹੈ ਇੱਕ ਤਾਂ ਇੱਕ ਇਨਫੈਕਟਡ ਪਰਸਨ ਹੈ ਤੁਸੀਂ ਉਹਦੇ ਨਾਲ ਡਾਇਰੈਕਟਲੀ ਕੰਟੈਕਟ ਵਿੱਚ ਆਏ ਹੈਂਡ ਸ਼ੇਕ ਕੀਤਾ ਜਾਂ ਤੁਸੀਂ ਕਹਿ ਸਕਦੇ ਹੋ ਤੁਸੀਂ ਕਿਸੇ ਪਰਸਨ ਦੇ ਨਾਲ ਹੱਗ ਕੀਤੀ ਰਾਈਟ ਜਾਂ ਤੁਸੀਂ ਮਤਲਬ ਅਸੀਂ ਕੋਈ ਵੀ ਡਾਇਰੈਕਟਲੀ ਉਸ ਇਨਸਾਨ ਦੇ ਕੰਟੈਕਟ ਵਿੱਚ ਆ ਰਹੇ ਹਾਂ ਜਾਂ ਲਾਈਕ ਤੁਸੀਂ ਉਹਦੇ ਕਲੋਜ਼ ਹੋ ਤਾਂ ਉਹ ਬੰਦਾ ਸਨੀਜ਼ ਕਰਦਾ ਹੈ ਤਾਂ ਉਹ ਡ੍ਰੌਪਲੇਟ ਇਨਫੈਕਸ਼ਨ ਹੋ ਜਾਂਦੀ ਉਹ ਕੰਟੈਜੀਅਸ ਡਿਜ਼ੀਜ਼ਸ ਨੇ ਰਾਈਟ ਨੋਨ ਕੰਟੈਜੀਅਸ ਕੀ ਕੋਈ ਨਾ ਕੋਈ ਕਾਜ਼ਿੰਗ ਏਜੰਟ ਹੁੰਦਾ ਹੈ ਲਾਈਕ ਹਾਊਸ ਫਲਾਈਜ਼ ਕਾਕਰੋਚਿਸ ਮਸਕੀਟੋਜ਼ ਉਹ ਫੈਲਾਉਂਦੇ ਨੇ ਦੈਟ ਇਜ਼ ਨੋਨ ਕੰਟੈਜੀਅਸ ਰਾਈਟ ਨੈਕਸਟ ਸਾਡੇ ਕੋਲ ਆ ਗਿਆ ਨੋਨ ਕਮਿਊਨੀਕੇਬਲ ਕਿ ਉਹ ਇਨਫੈਕਸ਼ੀਅਸ ਡਿਜ਼ੀਜ਼ਸ ਨਹੀਂ ਹੈ ਐਂਡ ਉਹ ਕਿਹੜੀ ਤਰ੍ਹਾਂ ਦੀਆਂ ਨੇ ਕਿਸੇ ਚੀਜ਼ ਦੀ ਸਾਡੀ ਬੋਡੀ 'ਚ ਕਮੀ ਹੋ ਗਈ ਦੈਟ ਇਜ਼ ਨੋਨ ਕੰਟੈਜੀਅਸ ਸਾਨੂੰ ਕਿਸੇ ਚੀਜ਼ ਤੋਂ ਐਲਰਜੀ ਹੋ ਗਈ ਨੋਨ ਕੰਟੈਜੀਅਸ ਸਾਨੂੰ ਕੋਈ ਨਾ ਕੋਈ ਇਹੋ ਜਿਹੀ ਐਡਿਕਸ਼ਨ ਹੋ ਗਈ ਮਤਲਬ ਉਹ ਡਿਜ਼ੀਜ਼ਸ ਜਿਹੜੀਆਂ ਨੋਨ ਕਮਿਊਨੀਕੇਟ ਕਰਦੀਆਂ ਨੇ ਰਾਈਟ ਉਹ ਫੈਲਦੀਆਂ ਨਹੀਂ ਹੈ ਮੈਨੂੰ ਕਿਸੇ ਚੀਜ਼ ਦੀ ਕਮੀ ਹੈ ਇਹ ਥੋੜ੍ਹੀ ਮੇਰੇ ਤੋਂ ਕਿਸੇ ਹੋਰ ਨੂੰ ਵੀ ਉਸ ਚੀਜ਼ ਦੀ ਕਮੀ ਹੋ ਜਾਏਗੀ ਰਾਈਟ ਸੋ ਉਹ ਇਹ ਵਾਲੀਆਂ ਡਿਜ਼ੀਜ਼ਸ ਦੇ ਜਸਟ
they are just present in infectious, oh sorry, they are just present in single individual. अगर individual जो present है they won't be able to, वो अपने आप ट्रांसफ़र नहीं कर पाएंगे, ये they can't transfer from one individual to another individual, right? So next we are going to discuss in detail the communicable diseases, right? Various communicable diseases we are going to discuss in detail. So let us begin with the definition of communicable disease, right? These can be transmitted, as I have already told, these can be transmitted from infected person to healthy person. ਜਿਹੜੇ person ਨੂੰ ਬਿਮਾਰੀ ਹੈ ਉਹਦੇ ਤੋਂ ਜਿਹੜਾ normal person ਹੈ ਜਿਹਨੂੰ ਕੋਈ ਵੀ problem ਨਹੀਂ, healthy ਹੈ, ਉਹਦੇ ਤੱਕ ਇਹ ਬਿਮਾਰੀ ਫੈਲ ਸਕਦੀ ਹੈ। ਕਿੱਦਾਂ ਫੈਲ ਸਕਦੀ ਹੈ? एयर के थ्रू, वाटर के थ्रू, या फिजिकल कंटैक्ट, जिवें मैं तुहानूं हुणे दस के हटी हाँ कि किसी बंदे ने स्नीजिंग की, उन्होंने कोई प्रॉब्लम सी, कोई कम्यूनीकेबल डिजीज़ सी, वो नॉर्मल परसन नूं भी होगी, राइट, वाटर थ्रू। या मैं जिवें तुहानूं दस्सिया फिजिकल कंटैक्ट, हथ मिलाया या हग की, फिजिकल कंटैक्ट और वैक्टर्स के थ्रू भी हो सकती है, जिवें असीं हाउस फ्लाइज कह सकते हैं, कॉकरोचेस कह सकते हैं और मस्कीटोज कह सकते हैं, राइट। सो ये मेनली की है, ये वाली डिजीज़ फैलदियां ने, असीं कह सकते, दैट इज़ वाई दे आर कॉल्ड एज इन्फेक्शियस डिजीज़, राइट। सो कम्यूनीकेबल डिजीज़ बहुत तरह दियां हुंदियां ने। मेरे कहने का मतलब है कि क्योंकि स्टूडेंट्स जिहड़ियां कम्यूनीकेबल डिजीज़ ने वो वेरीअस एजेंट्स तो फैलदियां ने, या वेरीअस इहो ਜਿਹੇ ਸਾਡੇ ਕੋਲ पॉजिटिव एजेंट्स ने, कारण ने, पैथोजनस ने, जिन्हां करके ये डिजीज़ स्प्रैड होंदियां ने, जिन्हां करके डिजीज़ आंदियां ने। सो वो वायरस भी हो सकते हैं, बैक्टीरियाज भी हो सकते हैं, प्रोटोजोन्स भी हो सकते हैं। सो असी वेराइटी ऑफ कम्यूनीकेबल डिजीज़ हुण डिस्कस करांगे। जिवें सपोज हुण मैं वायरल डिजीज़ स्टार्ट करूँगी, असीं इहदे अंडर 2 to 3 डिजीज़ डिस्कस करांगे जिहड़ियां किसी वायरस दे नाल जिहड़ियां हुंदियां ने, राइट। मतलब वह पैथोजन कौन है? कोई वायरस। पैथोजन मीनस जिहड़ा बीमारी फैलाने वाला ऑर्गेनिज्म, डिजीज़ कॉजिंग ऑर्गेनिज्म असीं कह सकते हैं, राइट। सो सब तो पहला असीं स्टार्ट करांगे स्टूडेंट्स विद द वायरल डिजीज़, राइट। सो वायरल डिजीज़ दे विच सब तो ਜਿਹੜੀ ਸਭ ਤੋਂ ਫਸਟ ਡਿਜ਼ੀਜ਼ ਅਸੀਂ ਸਟਾਰਟ ਕਰਨ ਜਾ ਰਹੇ, ਸਭ ਤੋਂ ਕਾਮਨ ਡਿਜ਼ੀਜ਼ ਹੈ ਉਹ ਕੀ ਹੈ ਸਾਡੇ ਕੋਲ? ਕਾਮਨ ਕੋਲਡ, ਰਾਈਟ। ਇਹਨੂੰ ਰਿਨਾਈਟਸ ਵੀ ਕਹਿੰਦੇ ਆ ਸਟੂਡੈਂਟਸ। ਹੁਣ ਕਾਮਨ ਕੋਲਡ ਸਾਨੂੰ ਸਾਰਿਆਂ ਨੂੰ ਪਤਾ ਹੈ, ਲਾਈਕ ਵੈਦਰ ਚੇਂਜ ਹੋਇਆ ਜਾਂ ਕੋਈ ਵੀ ਇੱਦਾਂ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਸਾਨੂੰ ਕੋਲਡ ਹੋ ਗਿਆ, ਰਾਈਟ। ਹੁਣ ਅਸੀਂ ਕੀ ਦੇਖਦੇ ਹਾਂ? ਕੁਛ ਤਾਂ ਅਸੀਂ ਕਹਿੰਦੇ ਹਾਂ ਕਿ ਟੈਂਪਰੇਚਰ ਚੇਂਜਿਸ ਕਰਕੇ ਹੁੰਦੀ ਹੈ, ਪਰ ਅਸੀਂ ਮੇਨਲੀ ਕੀ ਦੇਖਦੇ ਹਾਂ ਕਿ ਕੋਈ ਨਾ ਕੋਈ ਇਹੋ ਜਿਹਾ ਏਜੰਟ ਹੈ, ਕੋਈ ਨਾ ਕੋਈ ਇਹੋ ਜਿਹਾ ਪੈਥੋਜਨ ਹੈ ਜਿਹੜਾ ਇਸ ਪ੍ਰੋਬਲਮ ਨੂੰ ਤੁਸੀਂ ਕਹਿ ਸਕਦੇ ਹੋ ਸਟਾਰਟ ਕਰਦਾ ਹੈ, ਜਾਂ ਜਿਹਦੇ ਕਰਕੇ ਸਾਨੂੰ ਇਹ ਪ੍ਰੋਬਲਮ ਹੁੰਦੀ ਹੈ। ਜਾਂ ਫਿਰ ਉਹੀ ਚੀਜ਼ ਜਦੋਂ ਸਾਨੂੰ ਹੋਏਗੀ ਤਾਂ ਸਾਡੇ ਤੋਂ ਇੱਕ ਅਨਹੈਲਦੀ ਪਰਸਨ ਨੂੰ ਵੀ ਹੋ ਸਕਦੀ ਹੈ। ਸੋ ਕਿਹੜਾ ਪੈਥੋਜਨ ਹੈ? ਸੋ ਜਦੋਂ ਵੀ ਸਟੂਡੈਂਟਸ ਅਸੀਂ ਕੋਈ ਵੀ ਡਿਜ਼ੀਜ਼ ਡਿਸਕਸ ਕਰਨੀ ਹੈ, ਅਸੀਂ ਸਭ ਤੋਂ ਪਹਿਲਾਂ ਕੀ ਲਿਖਣਾ ਹੈ? ਉਹਦਾ ਪੈਥੋਜਨ ਤੇ ਕੌਜ਼ੇਟਿਵ ਏਜੰਟ ਕੌਣ ਹੈ। ਸੋ ਕਾਮਨ ਕੋਲਡ ਦਾ ਕੌਜ਼ੇਟਿਵ ਏਜੰਟ ਹੈ ਰਾਈਨੋ ਵਾਇਰਸ, ਰਾਈਟ। ਦੈਨ ਆ ਗਿਆ ਉਹਦਾ ਇਨਕਿਊਬੇਸ਼ਨ ਪੀਰੀਅਡ, ठीक है स्टूडेंट। सो इनक्यूबेशन पीरियड की हुंदा स्टूडेंट्स, राइट। इनक्यूबेशन पीरियड की है कि जिन्ने दिन दे अंदर साडी बॉडी दे विच सिम्पटम्स दिखाई देने शुरू हो जाते। बिकॉज स्टूडेंट्स कॉमन सेंस की गल है, मेरे अंदर कोई वायरस एंटर किया, मैनू वायरस दिखना नहीं है, राइट। वायरस इज़ टू स्मॉल, मैनू की पता मेरे अंदर एंटर कर गया, राइट। सो जद तक मेरी बॉडी दे विच सिम्पटम्स नहीं आते तद तक मैनू नहीं पता चलेगा मैनू कोई डिजीज़ है या मेरे अंदर कोई वायरस, कोई बैक्टीरिया या कोई एजेंट एंटर किया है, कोई फॉरन बॉडी एंटर की है, राइट। सो इनक्यूबेशन पीरियड की है साढ़े कोल कि किन्ने दिन दे अंदर साडी बॉडी दे विच, लाइक अज साडे अंदर वायरस एंटर करता है, किन्ने दिन दे विच साडी बॉडी दे विच स्टूडेंट सिम्पटम दिखाई देने शुरू करते हैं या सिम्पटम्स आ जाते हैं, असीं उहनूं की बोलते हैं? इनक्यूबेशन पीरियड। सो कॉमन कोल्ड का इनक्यूबेशन पीरियड है स्टूडेंट्स 3 to 7 डेज, राइट। उस तो बाद नैक्सट साडे कोल आ गया स्टूडेंट्स सिम्पटम्स, राइट। सिम्पटम्स की ने तुसीं देखो, सानू जदों कोई ना कोई सिम्पटम सानू दिख के आएगा तो ही मैनू पता चलेगा ना कि मैनू कोई डिजीज़ है, राइट। सो कॉमन कोल्ड के सिम्पटम्स की ने? साडे नेज़ल जिहड़ा पैसेज है नोज़ का, उस कंजैशन हो जाती है, कुछ ना कुछ इदा लगता इदा जम गया। एक्सैसिव नेज़ल सिक्रीशन, कई बार साडा नोज़ फ्लो करना शुरू कर दिंदा। सोर थ्रोट, गले च सोज पै जाती है।
ਹੈਡੇਕ ਯੂ ਆਲ ਨੋ, ਕਫਿੰਗ ਖਾਂਸੀ ਆਉਂਦੀ ਹੈ, ਸਨੀਜ਼ਿੰਗ ਸਾਨੂੰ ਛਿੱਕਾਂ ਆਉਂਦੀਆਂ ਨੇ। ਸੋ ਵਾਇਰਸ ਜਿਹੜਾ ਮੇਨਲੀ ਅਟੈਕ ਕਿਹਨੂੰ ਕਰਦਾ ਹੈ ਕਾਮਨ ਕੋਲਡ ਦੇ ਵਿੱਚ, ਨੋਜ਼ ਨੂੰ ਤੇ ਰੈਸਪੀਰੇਟਰੀ ਪੈਸੇਜ ਨੂੰ, ਨੋਟ ਦ ਲੰਗਸ, ਰਾਈਟ। ਸਾਡੇ ਫੇਫੜੇ ਇਨਫੈਕਟਡ ਨਹੀਂ ਹੁੰਦੇ, ਸਾਡਾ ਨੇਜ਼ਲ ਪੈਸੇਜ, ਸਾਡਾ ਰੈਸਪੀਰੇਟਰੀ ਟਰੈਕਟ ਜਿਹੜਾ ਹੈ ਉਹ ਇਨਫੈਕਟਡ ਹੁੰਦਾ ਵਿਦ ਦ ਕਾਮਨ ਕੋਲਡ। ਨੈਕਸਟ ਸਾਡੇ ਕੋਲ ਆ ਗਿਆ ਸਟੂਡੈਂਟਸ ਮੋਡਸ ਆਫ ਟਰਾਂਸਮਿਸ਼ਨ। ਹਾਊ ਦਿਸ ਡਿਜ਼ੀਜ਼ ਇਜ਼ ਟਰਾਂਸਮਿਟਡ, ਕਿਵੇਂ ਫੈਲਦੀ ਹੈ। ਡ੍ਰੌਪਲੈਟ ਇਨਫੈਕਸ਼ਨ, ਲਾਈਕ ਇੱਕ ਪਰਸਨ ਹੈ ਜਿਹੜਾ ਇਨਫੈਕਟਡ ਹੈ, ਉਹਨੂੰ ਇਹ ਪ੍ਰੋਬਲਮ ਹੈ, ਛਿੱਕ ਮਾਰੀ, ਉਹਦੇ ਜਿਹੜੇ ਡ੍ਰੌਪਲੇਟਸ ਨਿਕਲੇ ਸੀ, ਅਗਰ ਸਪੋਜ਼ ਅੱਗੇ ਹੈਂਕੀ ਨਹੀਂ ਰੱਖਿਆ ਜਾਂ ਹੈਂਡ ਨਹੀਂ ਰੱਖਿਆ ਤਾਂ ਉਹਦੇ ਜਿਹੜੇ ਡ੍ਰੌਪਲੇਟ ਸੀਗੇ ਉਹਨੇ ਲਾਗੇ ਛਾਗੇ ਦੀ ਏਅਰ ਨੂੰ ਜਾਂ ਥਿੰਗਸ ਨੂੰ ਇਨਫੈਕਟ ਕਰਤਾ। ਜੇ ਉਹ ਇੱਕ ਨੋਰਮਲ ਪਰਸਨ ਯੂਜ਼ ਕਰੇਗਾ ਜਾਂ ਉਸ ਏਅਰ ਦੇ ਵਿੱਚ ਸਾਹ ਲਏਗਾ ਤਾਂ ਉਹਨੂੰ ਜਿਹੜਾ ਕਾਮਨ ਕੋਲਡ ਬਹੁਤ ਈਜ਼ੀਲੀ ਹੋ ਜਾਏਗਾ। ਸੋ ਨੈਕਸਟ ਹੈ ਸਟੂਡੈਂਟ ਸਾਡੇ ਕੋਲ ਪ੍ਰੀਵੈਂਸ਼ਨ। ਦੇਖੋ ਸਟੂਡੈਂਟਸ ਦੋ ਚੀਜ਼ਾਂ ਹੁੰਦੀਆਂ ਨੇ, ਵਨ ਇਜ਼ ਪ੍ਰੀਵੈਂਸ਼ਨ ਐਂਡ ਵਨ ਇਜ਼ ਟਰੀਟਮੈਂਟ, ਰਾਈਟ। ਪ੍ਰੀਵੈਂਸ਼ਨ ਇਜ਼ ਆਲਸੋ ਕਾਲਡ ਐਜ਼ ਪ੍ਰੋਫਾਈਲੈਕਸਿਸ, ਰਾਈਟ। ਪ੍ਰੀਵੈਂਸ਼ਨ ਕੀ ਹੈ, ਬਿਮਾਰੀ ਹੋਈ ਨਹੀਂ ਹੈ ਅਜੇ ਸਾਨੂੰ, ਅਸੀਂ ਉਹਨੂੰ ਰੋਕਣਾ ਹੈ। ਟਰੀਟਮੈਂਟ ਕੀ ਹੈ, ਡਿਜ਼ੀਜ਼ ਹੋ ਗਈ, ਹੋਣ ਤੋਂ ਬਾਅਦ ਅਸੀਂ ਕਿਹੜੀ ਐਂਟੀਬਾਇਓਟਿਕ ਜਾਂ ਕੀ ਲੈ ਕੇ ਅਸੀਂ ਉਹਨੂੰ ਟਰੀਟ ਕਰਨਾ ਹੈ, ਰਾਈਟ। ਸੋ ਪ੍ਰੀਵੈਂਸ਼ਨ ਔਰ ਪ੍ਰੋਫਾਈਲੈਕਸਿਸ ਕੀ ਹੈ ਕਿ ਜਿਹੜਾ ਪੇਸ਼ੈਂਟ ਹੈ ਉਹਨੂੰ ਆਈਸੋਲੇਟ ਕਰ ਦਿਓ, ਦੂਜੇ ਤੋਂ ਅਲੱਗ ਕਰ ਦਿਓ, ਲਾਗੇ ਨਾ ਜਾਓ ਉਹਦੇ, ਜਾਂ ਜਿਹੜੀਆਂ ਚੀਜ਼ਾਂ ਯੂਜ਼ ਕਰਦੇ ਉਹਨੂੰ ਸਟਰਲਾਈਜ਼ ਕਰੋ ਪ੍ਰੋਪਰਲੀ। ਐਂਡ ਕਲੋਥਸ, ਕੋਈ ਕੱਪੜੇ ਹੈ ਉਹਨੂੰ ਵਾਸ਼ ਕਰੋ, ਡਿਟੋਲ ਵਾਸ਼ ਕਰੋ, ਉਹਨੂੰ ਸਟਰਲਾਈਜ਼ ਕਰੋ, ਮੀਨਸ ਫ੍ਰੀ ਫਰੋਮ ਬੈਕਟੀਰੀਆ ਕਰੋ, ਫ੍ਰੀ ਫਰੋਮ ਵਾਇਰਸਿਸ ਕਰੋ। ਸੋ ਉਹਨੂੰ ਸਟਰਲਾਈਜੇਸ਼ਨ ਕਹਿੰਦੇ ਆ। ਸੋ ਦੈਟ ਇਜ਼ ਪ੍ਰੀਵੈਂਸ਼ਨ। ਜੇ ਅਸੀਂ ਇਹੋ ਜਿਹੇ ਪ੍ਰੀਕਾਸ਼ਨਸ ਰੱਖਾਂਗੇ ਸਾਨੂੰ ਬਿਮਾਰੀ ਨਹੀਂ ਹੋਏਗੀ। ਪਰ ਜੇ ਹੋ ਗਈ ਤਾਂ ਟਰੀਟਮੈਂਟ ਕੀ ਹੈ, ਇਹਦਾ ਟਰੀਟਮੈਂਟ ਹੈ ਸਟੂਡੈਂਟਸ ਐਂਟੀਹਿਸਟਾਮੀਨਸ ਐਂਡ ਡੀਕੰਜੈਸੈਂਟਸ। ਵਾਟ ਆਰ ਐਂਟੀਹਿਸਟਾਮੀਨਸ? ਹਿਸਟਾਮੀਨ ਸਾਡੀ ਬੋਡੀ 'ਚ ਬੇਟਾ ਇੱਕ ਕੈਮੀਕਲਸ ਪੈਦਾ ਹੁੰਦੇ ਨੇ ਜਿਹਦੇ ਕਰਕੇ ਸਾਨੂੰ ਕੋਈ ਨਾ ਕੋਈ ਸਿੰਪਟਮ ਆਉਂਦਾ, ਰਾਈਟ। ਛਿੱਕਾਂ ਆਉਣ ਲੱਗ ਗਈਆਂ, ਬੁਖਾਰ ਹੋ ਗਿਆ, ਰੈਡਨੈਸ ਹੋ ਗਈ, ਰੈਸ਼ਸ ਹੋ ਗਏ। ਸੋ ਐਂਟੀਹਿਸਟਾਮੀਨਸ ਖਾ ਕੇ ਅਸੀਂ ਹਿਸਟਾਮੀਨਸ ਦੇ ਪੈਦਾ ਹੋਣ ਨੂੰ ਰੋਕਦੇ ਹਾਂ। ਜੋ ਰੁਕਣਗੇ ਮੀਨ ਸਾਨੂੰ ਸਿੰਪਟਮਸ ਘਟਣਗੇ, ਠੀਕ ਹੈ। ਸਾਨੂੰ ਲਾਈਕ ਅਸੀਂ ਛਿੱਕਾਂ ਮਾਰੀ ਜਾ ਰਹੇ ਹਾਂ, ਸਾਨੂੰ ਬੜੀ ਇਰੀਟੇਸ਼ਨ ਹੋ ਰਹੀ ਹੈ, ਵੀ ਅਸੀਂ ਫਰਸਟਰੇਟ ਹੋ ਰਹੇ ਹਾਂ। ਸੋ ਐਂਟੀ ਹਿਸਟਾਮੀਨਸ ਖਾ ਲੈਂਦੇ, ਜਿਵੇਂ ਸੈਟਰੀਜ਼ਿਨ ਦੀ ਟੈਬਲੇਟ ਹੈ, ਉਹਦੇ ਨਾਲ ਸਾਡੇ ਜਿਹੜੇ ਹਿਸਟਾਮੀਨਸ ਆ ਪੈਦਾ ਹੋਣੇ ਬੰਦ ਹੋ ਜਾਂਦੇ ਆ ਅਤੇ ਸਾਨੂੰ ਜਿਹੜੀਆਂ ਛਿੱਕਾਂ ਵਿਕਾਂ ਇਹ ਸਭ ਬੰਦ ਹੋ ਜਾਂਦੀਆਂ। ਡੀਕੰਜੈਸੈਂਟਸ, ਜਿਹੜੀ ਕੋਈ ਪੈਸੇਜ ਅਗਰ ਬਲੌਕ ਹੋਇਆ ਪਿਆ ਤਾਂ ਡੀਕੰਜੈਸੈਂਟਸ ਉਹਨੂੰ ਓਪਨ ਕਰ ਦਿੰਦੇ ਆ, ਰਾਈਟ। ਸੋ ਇਹ ਸੀਗੀ ਫਸਟ ਡਿਜ਼ੀਜ਼ ਕਾਮਨ ਕੋਲਡ। ਹੁਣ ਅਸੀਂ ਵਾਇਰਸ ਦੀ ਹੀ ਵਾਇਰਲ ਡਿਜ਼ੀਜ਼ ਹੀ ਸੈਕਿੰਡ ਡਿਸਕਸ ਕਰਾਂਗੇ, ਦੈਟ ਇਜ਼ ਡੇਂਗੂ, right. So dengue is very common these days. So dengue ਦੇ ਵਿੱਚ ਕੀ, ਕਿਉਂਕਿ ਮਸਕੀਟੋਜ਼ ਜਿਸ ਸੀਜ਼ਨ ਦੇ ਵਿੱਚ ਹੋਣਗੇ ਉਸ ਸੀਜ਼ਨ ਦੇ ਵਿੱਚ ਸਾਡੇ ਕੋਲ ਜਿਹੜਾ ਡੇਂਗੂ ਹੈ ਉਹ ਜ਼ਿਆਦਾ ਜਿਹੜਾ ਹੈ ਉਹ ਫੈਲੇਗਾ, ਰਾਈਟ। ਸੋ ਡੇਂਗੂ ਦਾ ਜਿਹੜਾ ਪੈਥੋਜਨ ਹੈ, ਜਿਹੜਾ ਇਹਦਾ ਡਿਜ਼ੀਜ਼ ਕਾਜ਼ਿੰਗ ਆਰਗੈਨਿਜ਼ਮ ਹੈ ਸਟੂਡੈਂਟਸ, ਉਹ ਹੈ ਸਾਡੇ ਕੋਲ ਫਲੈਵੀ ਰਾਈਬੋਵਾਇਰਸ। ਕਿਹੜਾ ਹੈ? ਫਲੈਵੀ ਰਾਈਬੋਵਾਇਰਸ। ਬਟ ਥਿੰਗ ਇਜ਼ ਫਲੈਵੀ ਰਾਈਬੋਵਾਇਰਸ ਆਪਣੇ ਆਪ ਨਹੀਂ ਜਾਂਦਾ, ਆਪਣੇ ਆਪ ਨਹੀਂ ਆਉਂਦਾ ਸਾਡੀ ਬੋਡੀ 'ਚ, ਮਸਕੀਟੋ ਨੂੰ ਲੈ ਕੇ ਆਉਂਦਾ। ਮਸਕੀਟੋ ਨੇ ਸਾਨੂੰ ਡਿਜ਼ੀਜ਼ ਕਾਜ਼ ਨਹੀਂ ਕਰਨੀ, ਮਸਕੀਟੋ ਨੇ ਜਸਟ ਸਾਨੂੰ ਬਾਈਟ ਕਰਕੇ ਫਲੈਵੀ ਰਾਈਬੋਵਾਇਰਸ ਸਾਡੇ ਅੰਦਰ ਛੋੜ ਜਾਣਾ, ਦੈਨ ਓਨਲੀ ਸਾਨੂੰ ਕੀ ਹੋਏਗੀ? ਡਿਜ਼ੀਜ਼। ਸੋ ਇਨਕਿਊਬੇਸ਼ਨ ਪੀਰੀਅਡ 3 to 8 days। ਸਿੰਪਟਮਸ ਹਾਈ ਫੀਵਰ, ਬਹੁਤ ਤੇਜ਼ ਬੁਖਾਰ, ਹੈਡੇਕ, ਪੇਨ ਬਿਹਾਈਂਡ ਦ ਆਈਜ਼ 'ਚ ਇੰਨੀ ਦਰਦ ਹੁੰਦੀ ਹੈ ਕਿ ਸਾਡੀ ਆਈ ਦੀ ਜਿਹੜੀ ਮੂਵਮੈਂਟਸ ਹੈ ਉਹ ਵੀ ਡਿਫਿਕਲਟ ਹੋ ਜਾਂਦੀਆਂ। ਮਸਲਸ ਐਂਡ ਜੁਆਇੰਟ ਪੇਨ, ਸਾਡੇ ਮਸਲਸ ਦੇ ਵਿੱਚ, ਸਾਡੇ ਜੁਆਇੰਟਸ ਦੇ ਵਿੱਚ ਪੇਨ ਸਟਾਰਟ ਹੋ ਜਾਂਦੀ ਹੈ, ਠੀਕ ਹੈ। ਲਾਸ ਆਫ ਐਪੇਟਾਈਟ, ਸਾਨੂੰ ਭੁੱਖ ਲੱਗਣੀ ਘੱਟ ਜਾਂਦੀ ਹੈ, ਸਾਡੀ ਭੁੱਖ ਮਰ ਜਾਂਦੀ ਹੈ, ਰਾਈਟ। ਰੈਸ਼ਿਸ ਔਨ ਦ ਬੋਡੀ, ਸਾਡੀ ਸਕਿਨ 'ਤੇ ਰੈਸ਼ਿਸ ਧੱਫੜ ਪੈ ਜਾਂਦੇ ਨੇ। ਨੋਜ਼ੀਆ, ਫੀਲਿੰਗ ਲਾਈਕ ਵੋਮਿਟਿੰਗ, ਠੀਕ ਹੈ, ਵੋਮਿਟਿੰਗ ਹੁੰਦੀ ਵੀ ਹੈ, ਰਾਈਟ। ਦੈਨ ਇਜ਼ ਟਰਾਂਸਮਿਸ਼ਨ ਕੀ ਹੈ? ਹਾਊ ਦਿਸ ਡਿਜ਼ੀਜ਼ ਇਜ਼ ਟਰਾਂਸਮਿਟਡ ਫਰੋਮ ਇਨਫੈਕਟਡ ਪਰਸਨ ਟੂ ਨੋਰਮਲ ਪਰਸਨ। ਸੋ ਦੇਖੋ ਅਸੀਂ ਆਲਰੇਡੀ ਕਹਿ ਚੁੱਕੇ ਹਾਂ ਕਿ ਮਸਕੀਟੋ ਫੈਲਾਉਂਦਾ ਹੈ। ਸੋ ਏਡੀਜ਼ ਐਜਿਪਟਾਈ ਉਹ ਮਸਕੀਟੋ ਹੈ ਜਿਹੜਾ ਕਿ ਮੇਨਲੀ ਕਲੀਨ ਵਾਟਰ ਦੇ ਵਿੱਚ ਬਰੀਡ ਕਰਦਾ। ਸਟੂਡੈਂਟਸ ਰਿਮੈਂਬਰ, ਕਲੀਨ ਵਾਟਰ, ਇਹ ਨਹੀਂ ਕਿ ਤੁਸੀਂ ਕਹੋ ਸਾਡੇ ਘਰ 'ਚ ਤਾਂ ਕਿਤੇ ਗੰਦਾ ਪਾਣੀ ਇਕੱਠਾ ਹੈ ਹੀ ਨਹੀਂ। ਸਾਫ਼ ਪਾਣੀ ਵੀ ਭਰ ਕੇ ਨਹੀਂ ਰੱਖਣਾ, ਉਹਦੇ ਨਾਲ ਵੀ ਇਹ ਵਾਇਰਸ ਉੱਥੇ ਆਪਣੇ ਲਾਰਵਾ ਛੋੜਦਾ, ਡਿਵੈਲਪ ਕਰਦਾ, ਫਿਰ ਉੱਥੋਂ ਬਿਮਾਰੀ ਫੈਲਾਉਂਦਾ। ਔਰ ਮੇਨਲੀ ਇਹ ਡੇ ਟਾਈਮ ਦੇ ਵਿੱਚ ਤੁਹਾਨੂੰ ਬਾਈਟ ਕਰਦਾ। ਸੋ ਇਹਦਾ ਮਤਲਬ ਇਹ ਨਹੀਂ ਕਿ ਈਵਨਿੰਗ ਹੋਏਗੀ ਤਾਂ ਹੀ ਤੁਹਾਨੂੰ ਮੱਛਰ ਬਾਈਟ ਕਰੇਗਾ। ਡੇਂਗੂ ਦਾ ਮੱਛਰ ਤੁਹਾਨੂੰ ਡੇ ਟਾਈਮ 'ਤੇ ਵੀ ਬਾਈਟ ਕਰ ਸਕਦਾ। ਸੋ ਇਸ ਕਰਕੇ ਅਸੀਂ ਕਿਤੇ ਵੀ ਵਾਟਰ, ਪਾਣੀ ਜਿਹੜਾ ਹੈ ਉਹ ਇਕੱਠਾ ਕਰਕੇ ਨਹੀਂ ਰੱਖਣਾ। ਡਾਇਗਨੋਸਿਸ ਟੈਸਟ ਹੈ ਸਟੂਡੈਂਟਸ, ਅਸੀਂ ਟੈਸਟ ਨੂੰ ਡਿਟੇਲ 'ਚ ਨਹੀਂ ਕਰਨਾ, ਜਸਟ ਰਿਮੈਂਬਰ ਦ ਨੇਮਸ। NS1 ਐਂਟੀਜਨ ਟੈਸਟ, IgM ELISA ਟੈਸਟ, ਰਾਈਟ।
सो IgM इज़ वन टाइप ऑफ इम्यूनोग्लोबिन एंटीबॉडीज़ असी लेटर ऑन इसी चैप्टर च डिस्कस करांगे एलाइजा एंजाइम लिंक्ड इम्यूनोसॉर्बेंट एसे सो एक तरह का टेस्ट है नैक्सट इज़ प्रिवेंशन हाउ टू प्रिवेंट दिस डिजीज़ जिन्हों असी प्रोफाइलैक्सिस भी कहने सो ऑबवियस जी गल है मच्छर इस बीमारी को फैला रहा तो मच्छर रोको जिथों मच्छर आते हैं सानू वो डोर्स या सानू वो चीज़ां बंद रखनियां सानू पानी जिहड़ा है वो इकट्ठा करके नहीं रखना असी वो क्लोथ्स वियर करने ने कंप्लीट जिवें फुल स्लीव्स दे ताकि साडी बॉडी जिहड़ी कंप्लीटली कवर्ड रहे सो दैट सानू कोई डिजीज़ जिहड़ी है वो ना मस्कीटो जिहड़ा ना बाइट करे तो ना सानू डिजीज़ होवे दैन इज ट्रीटमेंट अगर बीमारी हो भी जाती है तो साडे कोल ਇਹਦੀ कोई स्पैसीफिक थैरेपी तो नहीं है पर असी जे हो जाता है तो बैड रेस्ट बहुत ज़्यादा फ्लूड लिक्विड चीज़ां लईए एनालजेसिक स्टूडेंट्स पेन किलर्स नूं कहंदे आ एनालजेसिक्स आर द पेन किलर्स राइट और एस्प्रिन ते डिस्प्रिन नहीं लैनी पैरासीटामोल असी फीवर नूं या बॉडी टैंपरेचर नूं डाउन करन लई लै सकते हैं सो ये सीगा साडे कोल डेंगू इनू असी ब्रेक बोन फीवर भी कहने राइट ਇਹਦਾ अदर नेम है नैक्सट इज़ चिकनगुनिया राइट सो चिकनगुनिया जिहड़ी है वो भी एक वायरल डिजीज़ है जिहड़ी असीं हुण डिस्कस करांगे इहदा जिहड़ा पैथोजन है वो है चिकनगुनिया वायरस राइट जिहड़ा बीमारी फैलांदा यू कैन से जिहदे करके सानू बीमारी हुंदी है राइट इनक्यूबेशन पीरियड 3 to 6 days सिम्पटम्स सडन ऑनसेट ऑफ फीवर एकदम तेज सडनली सानू बुखार हो जाता है साडे जोड़ां 'च बहुत ज़्यादा पेन हुंदा है साडे जिहड़े लिम्फ नोड्स ने वो बॉडी दे विच साडे जिहड़े ऑर्गनस ने वो स्वैल अप कर जाते हैं लिम्फ नोड्स वी हैव ऑलरेडी डिस्कस्ड और लेटर ऑन असी इस चैप्टर च भी डिस्कस करांगे उस तो बाद साडे आई दे विच पिंक आई डिजीज़ हुंदी कंजक्टिवाइटिस वो हो जाती है आई दे विच लाइक पिंक रेडिशनैस आ जाती है सानू पता लगता कोई दिक्कत है सो फीवर जिहड़ा है असी की कहने जनरली साडे कोल ਅਸੀਂ ਦੇਖਦੇ ਹਾਂ ਨਾ ਕਈ ਵਾਰੀ ਕਈ ਡਿਜ਼ੀਜ਼ਸ ਦੇ ਵਿੱਚ ਸਾਡੇ ਕੋਲ ਮਤਲਬ ਕਿ 2 ਫੇਜ਼ਸ ਦੇ ਵਿੱਚ ਆਉਂਦਾ ਹੈ ਰਾਈਟ ਜਿਵੇਂ ਫੀਵਰ ਹੋਇਆ ਬॉडी ਟੈਂਪਰੇਚਰ ਰਾਈਜ਼ ਹੋਇਆ ਡਾਊਨ ਹੋ ਗਿਆ ਦੈਨ ਲੇਟਰ ਅਗੇਨ ਇਟ ਵਿਲ ਰਾਈਜ਼ ਐਂਡ ਫਾਲ ਡਾਊਨ ਰਾਈਟ ਦੈਨ ਇਜ਼ ਟਰਾਂਸਮਿਸ਼ਨ ਹਾਊ ਦ ਡਿਜ਼ੀਜ਼ ਇਜ਼ ਟਰਾਂਸਮਿਟਡ ऑबवियसली ਇਹ ਵੀ ਅਸੀਂ ਆਲਰੇਡੀ ਡਿਸਕਸ ਕੀਤਾ ਹੈ ਕਿ ਜਿਹੜਾ ਇਹ ਚਿਕਨਗੁਨੀਆ ਜਾਂ ਡੇਂਗੂ ਦਾ ਵਾਇਰਸ ਹੈ ਇਹ ਆਪ ਨਹੀਂ ਫੈਲਦਾ ਇਹਦਾ ਕੋਈ ਨਾ ਕੋਈ ਏਜੰਟ ਹੈ ਕੋਈ ਨਾ ਕੋਈ ਇਹੋ ਜਿਹੀ ਵੈਕਟਰ ਹੈ ਜਿਹੜਾ ਇਹਨੂੰ ਲੈ ਕੇ ਜਾਂਦਾ ਇਹਦਾ ਵੀ ਕੀ ਹੈ ਏਡੀਜ਼ ਇਜਿਪਟਾਈ ਮਸਕੀਟੋ ਰਾਈਟ ਡਾਇਗਨੋਸਿਸ ਦੇ 2 ਟੈਸਟ ਨੇ ਆਰਟੀ ਰੀਅਲ ਟਾਈਮ PCR ਹੈ ਤੇ ਸੀਰੋਲੋਜੀਕਲ ਟੈਸਟ ਹੈ ਦੈਨ ਪ੍ਰੀਵੈਂਸ਼ਨ ਅਸੀਂ ਇਸ ਬਿਮਾਰੀ ਨੂੰ ਕਿਵੇਂ ਰੋਕ ਸਕਦੇ ਹਾਂ ऑबवियस है मस्कीटो फैला रहा मस्कीटो नूं रोको आपे सानू बीमारी नहीं होएगी ठीक है जी ट्रीटमेंट अगर हो जाती है फिर वही गल कोई स्पैशल थैरेपी नहीं है पर बुखार चढ़ता है पैरासीटामोल खा लैनी चाहिए है एनालजेसिक्स मीनस अगर जोड़ां च दर्द हो रही है तो सानू पेन किलर्स खाने चाहिए है बैड रेस्ट कंप्लीट तो बहुत ज़्यादा फ्लूड लेना चाहिए यही बस इसका ट्रीटमेंट है कुछ दिनों बाद अपने आप ये फिर ठीक हो जाएगा दैन असी 3 असी डिजीज़ डिस्कस कर लिया वायरस दियां राइट सब तो पहली असी डिजीज़ डिस्कस की सी दैट इज़ कॉमन कोल्ड दैन वी हैव डिस्कस डेंगू दैन चिकनगुनिया नाउ वी आर गोइंग टू बिगिन विद बैक्टीरियल डिजीज़ राइट सो बैक्टीरिया की सब तो पहली डिजीज़ है साडे कोल टाइफॉइड एंटीरिक फीवर जिन्हों असीं एंटीरिक फीवर भी कहने हुण असीं देखांगे दा पैथोजन कौन है साल्मोनेला टाइफी इनक्यूबेशन पीरियड किन्ना 1 to 3 वीक्स मैं फिर दस दिनी हाँ इनक्यूबेशन पीरियड की है साढ़े कोल इन्फेक्शन तो लैके पहली बारी सिम्पटम्स आने तक के पीरियड में असी की बोलते हैं इनक्यूबेशन पीरियड राइट अज सानू इन्फेक्शन हुई जिस दिन सानू सिम्पटम्स आएंगे उस पीरियड में असी की कहने इनक्यूबेशन पीरियड दैन वी हैव सिम्पटम्स ऑफ दिस डिजीज़ टाइफाइड च सानू की होंदा बुखार चढ़ता है साडी जिहड़ी पल्स रेट है घट जाती है एबडामन च दर्द होंदी है बार बार सानू स्टूल पास करने पैंदे लाइक लूज मोशनस हो जांदियां ने अल्सरेशन कई बारी साडी इंटेस्टाइन आंतड़ियां दे विच अल्सरस फोड़े छाले कह लो वो हो जाते हैं राइट दैन साडे कोल आ जांदा स्टूडेंट्स मोड्स ऑफ ट्रांसमिशन किवें फैलदी है ये ऑरल या डायरैक्ट रूट ऑरल मीनस माउथ के रू असी कोई चीज़ खाधी वो थ्रू ये फैल सकती है मेनली जदों असी कह सकते ओपन दे विच कोई डीफिकेशन करता है क्योंकि अजकल तो तुहानूं पता ही है स्वच्छ भारत अभियान के अगेंस्ट
सॉरी अंडर आई एम सॉरी स्वच्छ भारत अभियान के अंडर टॉयलेट्स आर नैसेसरी राइट मीनस ओपन दे विच डीफिकेशन इज़ नॉट अलाउड पर जे कोई करदा है तो फिर उही गल है बैक्टीरिया जिहड़ा है वो जिहड़ा डिस्चार्ज है इंटेस्टाइन का जिहड़ा सॉलिड वेस्ट असी बॉडी चों निकालते हैं ਉਹਦੇ थ्रू वो बैक्टीरिया जिहड़ा दूसरे अनइनफैक्टेड बंदे नूं जा सकता है दैन इज़ प्रिवेंशन और प्रोफाइलैक्सिस राइट रोकना किवें उही गल मैं पहले ही कही है कि जिहड़ा फीकल मैटर है साडा जिहड़ा असीं सॉलिड वेस्ट पास करते हैं वो प्रॉपर तुसीं कह सकते हो क्लोज टॉयलेट्स विच होना चाहिए ओपन च नहीं होना चाहिए तो जिहड़ा असीं वाटर या जिहड़ा असीं फूड भी लैंदे वो भी असीं कवर करके रखो प्रॉपर उन्होंने यू कैन से अनकवर्ड फूड ना खाओ गंदा मंदा पानी ना पियो ਉਹਦੇ ਨਾਲ ਫਿਰ ਇਹ ਬਿਮਾਰੀ ਜਿਹੜੀ ਫੈਲਦੀ ਹੈ ਸੋ ਇਹਦੀ ਇਹ ਤਾਂ ਆਪਾਂ ਕਰ ਰਹੇ ਪ੍ਰੀਵੈਂਸ਼ਨ ਬਿਫੋਰ ਅਸੀਂ ਇਹਦਾ ਟ੍ਰੀਟਮੈਂਟ ਕਰੀਏ ਇੱਕ ਚੀਜ਼ ਪਹਿਲਾਂ ਦੇਖ ਲਈਏ ਕਿ ਅਸੀਂ ਇਹਨੂੰ ਪ੍ਰੀਵੈਂਟ ਇੱਕ ਹੋਰ ਤਰੀਕੇ ਨਾਲ ਰੋਕ ਸਕਦੇ ਹਾਂ ਇੱਕ ਵੈਕਸੀਨ ਆਉਂਦੀ ਹੈ ਟੈਬ ਵੈਕਸੀਨ ਉਹ ਜਿਹੜੀ ਆ 3 ਕੁ ਸਾਲ ਤੱਕ ਟਾਈਫਾਇਡ ਦੇ ਅਗੇਂਸਟ ਇਮਿਊਨਿਟੀ ਪ੍ਰੋਵਾਈਡ ਕਰਦੀ ਹੈ ਰਾਈਟ ਦੈਨ ਵੀ ਹੈਵ ਡਾਇਗਨੋਸਿਸ ਆਫ ਦਿਸ ਡਿਜ਼ੀਜ਼ ਵਿਡਾਲ ਟੈਸਟ बहुत कॉमन टेस्ट है ਜਿਹੜਾ ਟੈਸਟ ਸੈਕੰਡ ਵੀਕ ਦੇ ਵਿੱਚ ਮੇਨਲੀ ਪੋਜ਼ਿਟਿਵ ਪਤਾ ਲੱਗਦਾ ਦੂਜੇ ਵੀਕ 'ਚ ਟਾਈਫਾਇਡ ਹੋਏ ਦੇ ਤਾਂ ਟੈਸਟ ਪੋਜ਼ਿਟਿਵ ਆਉਂਦਾ ਟ੍ਰੀਟਮੈਂਟ ਕੀ ਹੈ ਐਂਟੀਬਾਇਓਟਿਕਸ ਨੇ ठीक है जी साढ़े को क्लोरएम्फेनिकॉल है साढ़े को क्लोरोमाइसिटीन है क्लोरोमाइसिटीन एम्पीसिलिन है दीज आर द एंटीबायोटिक्स जिहड़ियां टाइफाइड के अगेंस्ट लईआं टाइफाइड के बैक्टीरिया नूं किल करने लई लईआं जांदियां सैकेंड बैक्टीरियल डिजीज़ विच वी आर गोइंग टू डिस्कस नाउ इज़ निमोनिया राइट इहदा पैथोजन सब तो पहला तो साडा मेन काम है तो पैथोजन ही याद करने सो स्ट्रैप्टोकोकस निमोनी हीमोफाइलस इन्फ्लुएंजे सो दीज आर द टू यू कैन से ये साढ़े को ने पैथोजन्स जोड़े बीमारी फैलाते निमोनिया राइट इनक्यूबेशन पीरियड 1 to 3 days सिम्पटम्स साडी बॉडी दे विच लिम्फ तुहानूं पता ही है वाइट फ्लूइड जिहड़ा साडी बॉडी च जिहड़ा मेनली लिम्फोसाइट्स कैरी करदा एंड डिफेंस साडी बॉडी नूं प्रोवाइड करदा लिम्फ एंड म्यूकस थिक म्यूकस सिक्योरिटी स्टिकी सबसटेंस जिहड़ा साडे एलवियोलाई असीं रेस्पिरेटरी सिस्टम च +1 च पढ़ चुके हैं लंग्स विच प्रेजेंट ने उन्हां दे विच लिम्फ ते म्यूकस इकट्ठा हो जाता है साडे ब्रोंकियोल्स च सो जदों इकट्ठा हो जाता है हुण क्योंकि उहदे पैसेज दे विच लंग्स दा जिहड़ा पैसेज है उहदे विच इकट्ठा हो गया तो जिहड़ी एयर एक्सचेंज है ऑक्सीजन जिहड़ी है प्रॉपरली सफिशिएंटली नहीं पहुँच पाएगी गैस एक्सचेंज नहीं हो पाएगा जिहदे करके फिर सानू निमोनिया की प्रॉब्लम होएगी फीवर होएगा कफ होएगा हैडेक होएगी चिलिंग ठंड लगूगी सो ये कुछ निमोनिया के सिम्पटम्स ने राइट मोड्स ऑफ ट्रांसमिशन मेनली ये पेशेंट दे स्पूटम मीनस बलगम ਉਹਦੇ ਥਰੂ ਜਿਵੇਂ ਕੋਈ ਪੇਸ਼ੈਂਟ ਹੈ ਉਹ ਥੁੱਕ ਦਿੰਦਾ ਹੈ ਓਪਨ 'ਚ ਜਾਂ ਉਹਨੂੰ ਵਾਟਰ ਨਾਲ ਉਹਨੂੰ ਨਹੀਂ ਵਾਟਰ ਉਹਦੇ ਉੱਤੇ ਨਹੀਂ ਯੂਜ਼ ਕਰਦੇ ਕਿ ਹਾਂ ਥੁੱਕ ਕੇ ਉਹਦੇ ਉੱਤੇ ਪਾਣੀ ਨਹੀਂ ਚਲਾਉਂਦੇ ਤਾਂ ਉਹ ਡਿਜ਼ੀਜ਼ ਜਿਹੜੀ ਹੈ ਉਹ ਉਸ ਸਪੂਟਮ ਦੇ ਥਰੂ ਫੈਲ ਸਕਦੀ ਹੈ ਪ੍ਰੀਵੈਂਸ਼ਨ ਕੀ ਹੈ ਰੋਕਥਾਮ ਕੀ ਹੈ ਕਿਵੇਂ ਰੋਕ ਸਕਦੇ ਇਸ ਬਿਮਾਰੀ ਨੂੰ ਜਿਹੜੇ ਪਰਸਨ ਨੂੰ ਨਿਮੋਨੀਆ ਹੈ ਸਟੂਡੈਂਟਸ ਅਸੀਂ ਉਹਨੂੰ ਆਈਸੋਲੇਟ ਕਰ ਲਵਾਂਗੇ ਰਾਈਟ ਦੈਨ ਵੀ ਹੈਵ ਇਹਦੀ ਵੈਕਸੀਨ ਅਵੇਲੇਬਲ ਹੈ ਠੀਕ ਹੈ ਜੀ ਟ੍ਰੀਟਮੈਂਟ ਕੀ ਹੈ ਇਹਦਾ ਪੈਨੀਸਿਲਿਨ साढ़े को फ्लूक्लोएज़ेलिन है साढ़े को स्ट्रैप्टोमाइसिन है साढ़े को एम्पिसिलिन है सो वेरियस एंटीबायोटिक्स आर अवेलेबल फॉर दिस डिजीज़ दैट इज़ निमोनिया राइट ये सीगियां साढ़े कोल स्टूडेंट्स 2 बैक्टीरियल डिजीज़ राइट सो इन आर नेक्स्ट वीडियो विल बिगिन विद द प्रोटोजोन डिजीज़ राइट